बहुत ही सत्कारयोग अध्यापक साथियों, ਅੱਜ ਆਪਾਂ ਗੱਲ ਕਰਾਂਗੇ ਲਰਨਿੰਗ ਆਊਟਕਮਸ, ਸਿੱਖਣ ਦੇ ਨਤੀਜੇ, ਕਲਾਸ 10ਵੀਂ। ਤੁਸੀਂ ਜੋ ਡਾਟਾ ਐਨਾਲਿਸਿਸ ਕੀਤਾ ਉਹ ਦੇਖਿਆ ਹੋਏਗਾ ਕਿ ਉਹਨਾਂ ਨੇ ਲਿਖਿਆ ਵੀ S1001 यानी 1001, ਇਹਦਾ ਮਤਲਬ ਕੀ ਸੀਗਾ ਵੀ ਕਲਾਸ 10ਵੀਂ ਲਰਨਿੰਗ ਆਊਟਕਮ ਪਹਿਲਾ। ਤਾਂ ਉਹਦੇ ਆਧਾਰ 'ਤੇ ਕੀ ਹੈ, ਜਿਹੜਾ ਲਰਨਿੰਗ ਆਊਟਕਮ ਪਹਿਲਾ 10ਵੀਂ ਕਲਾਸ ਦੇ ਉਹ ਕੀ ਹੈ, ਅਲੱਗ-ਅਲੱਗ ਪਦਾਰਥ, ਵਸਤੂਆਂ, ਜੀਵ, ਵਰਤਾਰੇ ਅਤੇ ਕਾਰਜ ਨੂੰ ਉਹਨਾਂ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਅੰਤਰ ਸਪਸ਼ਟ ਕਰ ਸਕਦੇ ਹਨ। ਜਿਹੜੇ ਵਿਦਿਆਰਥੀ ਹੈ ਉਹ ਕੀ ਆ, ਜਿਹੜੇ ਅਲੱਗ-ਅਲੱਗ ਪਦਾਰਥ ਹੈ ਜਾਂ ਵਸਤੂਆਂ, ਜੀਵ ਆ, ਉਹਨਾਂ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਨੂੰ ਦੇਖ ਕੇ ਕੀ ਅੰਤਰ ਸਪਸ਼ਟ ਕਰਨੇ। ਸਵੈਪੋਸ਼ੀ ਅਤੇ ਪਰਪੋਸ਼ੀ 'ਚ ਅੰਤਰ ਕੀ ਹੈ, ਯੂਕਰੋਟਿਕ ਤੇ ਪ੍ਰੋਕੈਟਿਕ ਸੈਲ 9th 'ਚ ਆਪਾਂ ਕੀਤਾ ਸੀਗਾ। ਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਆ, ਅਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਆ, ਗਾੜੇ ਤੇ ਪਤਲੇ ਤੇਜ਼ਾਬ, ਠੀਕ ਹੈ, ਉਹਨਾਂ 'ਚ ਕੀ ਅੰਤਰ ਸਪਸ਼ਟ ਕਰਨ ਜੋਗੇ ਹੋ ਸਕਣ। ਵਾਸਤਵਿਕ ਪ੍ਰਤੀਬਿੰਬ ਕੀ ਹੁੰਦਾ, ਅਵਾਸਤਵਿਕ ਜਾਂ ਆਭਾਸੀ ਕੀ ਹੁੰਦਾ ਹੈਗਾ, ਉੱਤਲ ਲੈਂਸ ਤੇ ਅਵਤਲ ਲੈਂਸ 'ਚ ਅੰਤਰ ਕੀ ਹੈ। ਤਾਂ ਉਹ ਕੀ ਆ, ਇਹਨਾਂ ਬਾਰੇ ਕੀ ਵਿਦਿਆਰਥੀ ਪਤਾ ਕਰਨ, ਆਪਣੇ ਆਪ ਤੇ ਪਤਾ ਕਰ ਸਕਣ। ਦੂਜਾ ਆਊਟਕਮ ਕੀ ਹੈ, ਅਲੱਗ-ਅਲੱਗ ਪਦਾਰਥ, ਵਸਤੂਆਂ, ਜੀਵ, ਵਰਤਾਰੇ। ਹੁਣ ਪਹਿਲਾ ਕੀ ਸੀਗਾ, ਇਹਨਾਂ 'ਚ ਅੰਤਰ ਸਪਸ਼ਟ ਕਰ ਸਕਣ। ਇਹ 'ਚ ਕੀ ਆ, ਉਹਨਾਂ ਨੂੰ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵੰਡ ਸਕਣ ਵੀ ਧਾਤਾਂ ਕਿੱਥੇ ਰੱਖਣੀਆਂ, ਧਾਤਾਂ ਕੀ ਹੁੰਦੀਆਂ, ਵਾਸਤਵਿਕ ਕਿਹੜੇ ਹੁੰਦੇ ਆ, ਅਵਾਸਤਵਿਕ ਕਿਹੜੇ ਹੁੰਦੇ ਆ। ਇੱਥੇ ਅੰਤਰ ਨਹੀਂ ਸਪਸ਼ਟ ਕਰਨਾ, ਇੱਥੇ ਕੀ ਉਹਨਾਂ ਨੂੰ ਅਲੱਗ-ਅਲੱਗ ਕੈਟਾਗਰਾਈਜ਼ ਕਰਨਾ ਗਾ, ਉਹਨਾਂ ਦੇ ਗੁਣਾਂ ਦੇ ਆਧਾਰ 'ਤੇ ਉਹਨਾਂ ਦੀ ਵੰਡ ਕਰਨੀ ਹੈ। ਵਿਘਟਨਸ਼ੀਲ ਪਦਾਰਥ ਕਿਹੜੇ ਆ ਉਹ ਅੱਡ ਰੱਖ ਲਏ, ਅਵਿਘਟਨਸ਼ੀਲ ਕੀ ਹੁੰਦੇ ਉਹ ਅਲੱਗ ਚੀਜ਼ ਆ, ਗਾੜੇ ਤੇਜ਼ਾਬ ਅਲੱਗ, ਉਹ ਅਲੱਗ। ਤੀਜਾ ਲਰਨਿੰਗ ਆਊਟਕਮ, ਤੱਥਾਂ ਨੂੰ ਸਿੱਧ ਕਰਨ ਲਈ, ਜੋ ਆਪਾਂ ਨੂੰ ਤੱਥ ਦੇ ਦਿੱਤੇ, ਸਿੱਧ ਕਰਨ ਲਈ ਐਕਸਪੈਰੀਮੈਂਟ ਕਰਨੇ, ਪ੍ਰਯੋਗ ਕਰਨੇ, ਜਾਂਚ ਕਰਨੀ, ਫਿਰ ਟੈਸਟ ਕਰਨ ਦੇ ਨਤੀਜੇ ਤੇ ਪਹੁੰਚਣਾ ਵੀ ਇਹ ਕਿਉਂ ਹੁੰਦਾ ਹੈ। ਜੋ ਮੁਸ਼ਕਲਾਂ ਆਉਂਦੀਆਂ ਉਹਨੂੰ ਕੀ ਸੁਲਝਾਉਣਾ, ਹੁਣ ਸੁਲਝਾਉਂਦੇ ਹੋਏ ਆਪਦੇ ਨਤੀਜੇ ਕੱਢਣਾ। ਹੁਣ ਜੰਗ ਲੱਗ ਰਹੀ, ਕਿਉਂ ਲੱਗ ਰਹੀ ਹੈ, ਹਵਾ ਜ਼ਰੂਰੀ ਹੈ ਜਾਂ ਇਕੱਲਾ ਪਾਣੀ ਜ਼ਰੂਰੀ ਹੈ ਜਾਂ ਦੋਨੇ ਜ਼ਰੂਰੀ ਹੈ। ਤਾਂ ਉਹ ਕੀ ਆ, ਪ੍ਰਯੋਗ ਕਰਕੇ ਕੀ ਹੀ ਬੱਚਾ ਸਿੱਖ ਸਕਦਾ ਹੈਗਾ। ਅਲੱਗ-ਅਲੱਗ ਘੋਲਕਾਂ ਦੀ ਚਾਲਕਤਾ ਪਤਾ ਲਗਾਉਣਾ, ਵੱਖ-ਵੱਖ ਸਾਬਣ ਦੇ ਨਮੂਨੇ, ਫੋਮਿੰਗ ਸਮਰੱਥਾ ਦੀ ਤੁਲਨਾ ਕਰਨਾ, ਕਿਹੜਾ ਝੱਗ ਵੱਧ ਆਉਂਦਾ, ਕਿਹੜਾ ਘੱਟ ਆਉਂਦਾ ਹੈਗਾ। ਓਮ ਦੇ ਨਿਯਮ ਦੀ ਜਾਂਚ ਕਰਨੀ, ਪ੍ਰਕਾਸ਼ ਸੰਸਲੇਸ਼ਣ। ਇਹ ਕੀ ਬੱਚੇ ਕੀ ਆਪਣੇ ਆਪ ਪ੍ਰਯੋਗ ਕਰਕੇ ਜਾਂਚ ਕਰਨ ਤਾਂ ਕਿ ਉਹਨਾਂ ਨੂੰ ਸਾਰਾ ਕੁਝ ਕੀ ਹੈ ਕਲੀਅਰ ਹੋ ਸਕੇ ਵੀ ਇਹ ਕਿਵੇਂ ਤੇ ਕਿਉਂ ਹੁੰਦਾ ਹੈ। ਅਗਲਾ ਲਰਨਿੰਗ ਆਊਟਕਮ 1004, ਕਿਰਿਆਵਾਂ ਦੇ ਹੋਣ ਦੇ ਕਾਰਨ ਵੀ ਕੋਈ ਕਿਰਿਆ ਕਿਉਂ ਹੁੰਦੀ ਹੈ। ਹਾਰਮੋਨਸ ਆ ਕਿਉਂ ਉਹਨਾਂ ਦਾ ਹੁੰਦਾ, ਲਾਰ ਕੀ ਹੈ, ਲਾਰ ਦੀ pH ਕੀ ਹੈ, ਮਿੱਟੀ ਦੀ pH ਕੀ ਹੈ, ਪ੍ਰਕਾਸ਼ ਦਾ ਖਿੰਡਣ ਕਿਉਂ ਹੁੰਦਾ ਹੈ, ਪਰਿਵਰਤਨ ਕਿਉਂ ਹੁੰਦਾ ਹੈ, ਅਪਵਰਤਨ ਕਿਉਂ ਹੁੰਦਾ ਹੈ, ਆਕਾਸ਼ ਰੰਗ ਨੀਲਾ ਕਿਉਂ ਹੁੰਦਾ ਹੈ, ਜਾਨੀ ਕਿਉਂ ਦਾ ਕਾਰਨ, ਇਹ ਕਿਉਂ ਹੁੰਦਾ ਹੈ। ਸਤਰੰਗੀ ਪਿੰਗ ਕਿਉਂ ਬਣਦੀ ਹੈ, ਇਹਦਾ ਕੀ ਕਾਰਨ। ਚੁੰਬਕੀ ਸੂਈ ਵਿਖੇਪਤ ਕਿਉਂ ਹੁੰਦੀ ਹੈ, ਚੁੰਬਕ ਦੇ ਧਰੁਵ ਹਮੇਸ਼ਾ ਉੱਧਰ ਉੱਤੇ ਦੱਖਣ 'ਚ ਕਿਉਂ ਖੜਦੇ, ਯਾਨੀ ਕਿ ਉਹਨਾਂ ਦੇ ਕਾਰਨ ਲੱਭਣਾ ਤੇ ਉਹਨਾਂ ਤੁਲਨਾ ਕਰਨੀ। 1005, ਵੱਖ-ਵੱਖ ਕਿਰਿਆ ਨੂੰ ਸਮਝਾਉਣਾ, ਜਿਵੇਂ ਪੌਦਿਆਂ ਤੇ ਮਨੁੱਖ ਵਿੱਚ ਪੋਸ਼ਣ, ਜੰਤੂਆਂ ਵਿੱਚ ਪਰਿਵਹਨ, ਧਾਤਾਂ ਨੂੰ ਖਣਿਜਾਂ ਤੋਂ ਪ੍ਰਾਪਤ ਕਿਵੇਂ ਕੀਤਾ ਜਾਂਦਾ ਹੈਗਾ। ਅਲੱਗ-ਅਲੱਗ ਤੱਤਾਂ ਦੀ ਆਵਰਤੀ ਸਾਰਣੀ ਜਗ੍ਹਾ ਬਾਰੇ ਵਿਚਾਰ ਵਟਾਂਦਰਾ, ਕਿਹੜੀ ਸਾਰਣੀ 'ਚ ਕਿਹੜਾ ਤੱਤ ਕਿੱਥੇ ਤੇ ਕਿਉਂ ਹੈ। ਹਾਈਡਰੋਜਨ ਹੈ ਉਹ 1 ਨੰਬਰ ਤੇ ਜਾਂ ਪਹਿਲੇ ਜਿਹੜਾ ਇਸ ਬਲੋਕ ਉੱਥੇ ਕਿਉਂ ਹੈ। ਕਿਰਿਆਸ਼ੀਲਤਾ ਦੇ ਆਧਾਰ 'ਤੇ ਇਹਨਾਂ ਨੂੰ ਅਲੱਗ-ਅਲੱਗ ਕਰਨਾ। ਬਿਜਲੀ ਮੋਟਰ, ਜਨਰੇਟਰ ਦੀ ਕਾਰਜ ਸਮਝਣਾ। ਤਾਰੇ ਕਿਉਂ ਟਮਟਮਾਉਂਦੇ ਆ। ਸੂਰਜ ਦਾ ਸਮੇਂ ਤੋਂ ਪਹਿਲਾਂ ਚੜ੍ਹਨਾ, ਸਮੇਂ ਤੋਂ ਬਾਅਦ ਛਿਪਣਾ। ਸਤਰੰਗੀ ਪਿੰਗ ਕਿਉਂ, ਮਤਲਬ ਇਹਨਾਂ ਸਮਝਣਾ ਵੀ ਕਿਉਂ ਹੁੰਦੇ ਵਾ, ਕਿਰਿਆ ਨੂੰ ਸਮਝ ਕੇ ਕਰਨਾ। ਫਿਰ ਕੀ ਲੇਬਲ ਚਿੱਤਰ ਜਾਂ ਫਲੋ ਚਾਰਟ ਹੈ, ਨਕਸ਼ੇ ਗ੍ਰਾਫ ਬਣਾਉਣਾ। ਪਾਚਨ ਪ੍ਰਣਾਲੀ, ਸਾਹ ਪ੍ਰਣਾਲੀ, ਲਹੂ ਗੇਟ ਪ੍ਰਣਾਲੀ, ਮਲ ਤਿਆਗ ਪ੍ਰਣਾਲੀ, ਜਨਨ ਅੰਗ ਹੋ ਗਏ, ਠੀਕ ਹੈ, ਇਹਨਾਂ ਦੇ ਚਿੱਤਰ ਜਾਂ ਲੇਬਲ ਕਰਨਾ। ਜਾਂ ਪਰਮਾਣੂ ਦੀ ਡਾਟ ਸਟਰਕਚਰ ਹੈ, ਕ੍ਰਾਸ ਸਟਰਕਚਰ ਹੈ, ਅਣੂਆਂ ਦੀ ਬਣਤਰ ਹੈ, ਇਹਨਾਂ ਦੇ ਕੀ ਹੈ ਰੇਖਾ ਚਿੱਤਰ ਬਣਾਉਣਾ ਤੇ ਉਹਨਾਂ ਨੂੰ ਸਮਝਣਾ। ਪਾਣੀ ਦਾ ਬਿਜਲੀ ਅਪਘਟਨ, ਡਾਟਾ ਗ੍ਰਾਫ, ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ। ਆਪਾਂ ਨੂੰ ਡਾਟਾ ਗ੍ਰਾਫ ਦੇ ਦਿੱਤੇ ਗਏ ਹਨ ਤੇ ਉਹਨਾਂ ਦੇ ਕੀ ਆਪਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ। ਪਿਘਲਨ ਅੰਕ, ਉਬਾਲ ਅੰਕ ਵਾਲੇ ਸਮਝਣਾ। ਇਹਨਾਂ ਦੇ ਆਧਾਰ 'ਤੇ ਸਹਿ ਸੰਯੋਜੀ ਜਾਂ ਆਇਨੀ ਯੋਗਾਂ ਬਾਰੇ ਦੱਸਣਾ ਵੀ ਕਿਹੜੇ ਆਇਨੀ ਯੋਗਿਕ ਹੈ, ਕਿਹੜੇ ਸਹਿ ਸੰਯੋਜੀ ਬੰਧਨ ਹੈ। ਯੋਗਾਂ ਦੀ pH ਪਤਾ ਕਰਨਾ, ਉਹਨਾਂ ਦੇ ਸੁਭਾਅ ਬਾਰੇ ਗ੍ਰਾਫ ਬਣਾਉਣਾ ਜਾਂ ਕਿਰਨ ਰੇਖਾ ਚਿੱਤਰ ਬਣਾਉਣਾ। ਅਗਲਾ 1008, ਡਾਟਾ ਦਾ ਇਸਤੇਮਾਲ ਕਰਕੇ ਗਣਨਾ ਕਰਨੀ। ਡਾਟਾ ਦਿੱਤਾ ਵੀ ਆਪਾਂ ਨੂੰ ਰਸਾਇਣਿਕ ਸਮੀਕਰਨ ਦਿੱਤੀ ਆ, ਵਿਕਾਰਕਾਂ ਦੀ ਗਿਣਤੀ ਕਿੰਨੀ ਆ ਤੇ ਉਤਪਾਦਾਂ ਦੀ ਕਿੰਨੀ ਆ, ਉਹਨਾਂ ਦੇ ਆਧਾਰ 'ਤੇ ਗਣਨਾ ਕਰਨੀ ਤੇ ਉਹਨਾਂ ਦੇ ਕੀ ਆ
ਇਹ ਗਣਨਾ ਕਰਨੀ ਵੀ ਕਿੰਨੇ ਉਤਪਾਦ ਅਭਿਕਾਰਕ ਸੀ ਤੋਂ ਕਿੰਨੇ ਉਤਪਾਦ ਬਣਨਗੇ। ਪ੍ਰਤੀਰੋਧ ਦੀ ਪ੍ਰਤੀਰੋਧਕ ਕੱਢਣੀ, ਲੈਣ ਦੀ ਲੈਣ ਸ਼ਕਤੀ ਕੱਢਣੀ, ਬਿਜਲੀ ਸ਼ਕਤੀ ਆਦਿ, ਯਾਨੀ ਕਿ ਕੀ ਨੂਮੈਰੀਕਲ ਪੋਰਸ਼ਨ ਇਹਦੇ ਵਿੱਚ ਕਵਰ ਹੁੰਦਾ ਹੈਗਾ। 1/9 ਵੱਖ-ਵੱਖ ਮਾਤਰਾ ਦੀ ਇਕਾਈਆਂ ਜਾਂ ਚਿੰਨ੍ਹਾਂ ਦੀ ਵਰਤੋਂ। ਰਸਾਇਣਿਕ ਨੂੰ ਲਿਖਣ ਲਈ ਕਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ, ਐਰੋ ਕਿੱਥੇ ਲੱਗਦਾ, ਪਲੱਸ ਦਾ ਨਿਸ਼ਾਨ ਲਾਉਣਾ, ਜਾਂ ਬੈਟਰੀ ਦਾ ਨਿਸ਼ਾਨ ਕੀ ਹੈ, ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ, ਬਲਬ ਦੀ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ, ਰੈਜ਼ਿਸਟੈਂਸ ਪ੍ਰਤੀਰੋਧ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਇਹਦੀ SI ਇਕਾਈ ਕੀ ਹੈ, ਬਿਜਲੀ ਦੀ SI ਇਕਾਈ, ਬਿਜਲੀ ਸ਼ਕਤੀ ਦੀ SI ਇਕਾਈ ਕੀ ਹੈਗੀ ਹੈ, ਜਾਂ ਜਿਹੜਾ ਪੁੰਜ ਆ ਕਿਸ ਇਕਾਈ 'ਚ ਮਾਪਦੇ ਆਪਾਂ, ਉਹਨਾਂ ਬਾਰੇ ਕੀ ਹੈ ਬੱਚੇ ਨੂੰ ਪਤਾ ਹੋਵੇ। ਪ੍ਰਯੋਗ 10ਵਾਂ ਹੈਗਾ ਪ੍ਰਯੋਗਸ਼ਾਲਾ ਵਰਤੋਂ ਯੋਗ ਸਮਾਨ ਉਪਕਰਨ ਦਾ ਸਹੀ ਢੰਗ ਨਾਲ ਵਰਤੋਂ ਕਰਨਾ, ਇਸਤੇਮਾਲ ਕਰਨਾ। ਕਿਸ ਭੌਤਿਕ ਇਕਾਈ ਨੂੰ ਮਾਪਣ ਲਈ ਕਿਸ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ। ਜਿਵੇਂ pH ਨੂੰ ਮਾਪਣ ਲਈ pH ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ। ਐਮੀਟਰ ਦਾ ਇਸਤੇਮਾਲ ਬਿਜਲੀ ਧਾਰਾ ਨੂੰ ਲਾਉਣ ਲਈ ਕੀਤਾ ਜਾਂਦਾ। ਵੋਲਟਮੀਟਰ ਦਾ ਕੀ ਕੀਤਾ, ਪੋਟੈਂਸ਼ੀਅਲ ਅੰਤਰ ਨਹੀਂ ਪਤਾ ਕਰਨ ਲਈ ਕੀਤਾ ਜਾਂਦਾ। ਇਸੇ ਤਰ੍ਹਾਂ ਕੀ ਹੈ, ਜੋ ਵੀ ਜਿਹੜੇ ਯੰਤਰ ਹੈ ਆਪਾਂ ਨੂੰ ਲੈਬੋਰਟਰੀ ਵਿੱਚ ਮਿਲਦੇ ਹੈ, ਉਹਨਾਂ ਦੀ ਵਰਤੋਂ ਕਿੱਥੇ ਕਿੱਥੇ ਤੇ ਕਿਉਂ ਕੀਤੀ ਹੈ ਬੱਚੇ ਨੂੰ ਪਤਾ ਹੋਣਾ ਚਾਹੀਦਾ। ਕਾਲਪਨਿਕ ਹਾਲਾਤਾਂ ਨੂੰ ਸਿੱਖਣ ਤੇ ਲਾਗੂ ਕਰਨਾ। ਕੀ ਹੋਵੇਗਾ ਜੇਕਰ ਸਾਰੇ ਸ਼ਾਕਾਹਾਰੀ ਹਟਾ ਦਿੱਤੇ ਜਾਣ ਤਾਂ ਕੀ ਹੋਊਗਾ, ਜੇ ਸਾਰੇ ਸ਼ਾਕਾਹਾਰੀ ਹਟਾ ਦਿੱਤੇ ਕੀ ਹੋਊਗਾ, ਜਾਂ ਸਾਰੇ ਮਾਸਾਹਾਰੀ ਹਟਾ ਦਿੱਤੇ ਕੀ ਹੋਊਗਾ, ਕਿਹੜੇ ਜੀਵਾਂ ਦੀ ਗਿਣਤੀ ਵੱਧ ਜੂ, ਉਹਦੇ ਨਾਲ ਕੀ ਪ੍ਰਭਾਵ ਪੈਣਗੇ, ਉਹਦੇ ਬਾਰੇ ਸੋਚਣਾ। ਵਿਗਿਆਨਿਕ ਸੰਕਲਪਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਲਾਉਣਾ। ਜਿਵੇਂ ਜਿਨਸੀ ਸੰਬੰਧ ਨਾਲ ਕਿਹੜੇ ਰੋਗ ਹੋ ਸਕਦੇ ਆ, ਬਿਜਲੀ ਉਪਕਰਨ ਦੀ ਰੇਟਿੰਗ ਦੇ ਹਿਸਾਬ ਨਾਲ ਪਲੱਗ ਦਾ ਇਸਤੇਮਾਲ ਕਰਨਾ, ਜਾਂ 5 ਐਂਪੀਅਰ ਦਾ 15 ਐਂਪੀਅਰ ਦਾ ਕਿੱਥੇ ਕਿੱਥੇ ਤੇ ਕਿਵੇਂ ਇਸਤੇਮਾਲ ਕੀਤਾ ਜਾਂਦਾ। ਪੌਦੇ ਨੂੰ ਕਾਇਆ ਪ੍ਰਦਾਨ ਕਰਨਾ, ਜਾਂ ਉਹਦੀ ਕਲਮ ਕੱਟ ਕੇ ਲਾਉਣੀ ਹੈ, ਜਾਂ ਉਹਦੇ ਚੰਗੀ ਕਸਰਤ ਦੇ ਕੀ ਫਾਇਦੇ ਹੈ, ਓਜ਼ੋਨ ਦੀ ਪਰਤ ਜਿਹੜੀ ਕਮੀ ਆ ਰਹੀ ਉਹਦੇ ਕੀ ਨੁਕਸਾਨ ਹੋ ਰਹੇ ਆ, ਇਹਦੇ ਬਾਰੇ ਕੀ ਆ ਉਹ ਆਪਣੇ ਲਾਗੂ ਕਰ ਸਕੇ। ਫਾਰਮੂਲੇ ਅਗਲਾ ਹੈਗਾ 13 ਫਾਰਮੂਲੇ, ਸਮੀਕਰਨ ਅਤੇ ਨਿਯਮ ਪ੍ਰਾਪਤ ਕਰਨਾ। ਤੱਤੂ ਲੜੀਵਾਰ ਜੋੜਦੇ ਆ, ਸਮਾਂਤਰ ਜੋੜਦੇ ਆ, ਉਹਦਾ ਕੀ ਫਾਇਦਾ, ਉਹਦਾ ਕੁੱਲ ਪ੍ਰਤੀਰੋਧ ਕੀ ਹੁੰਦਾ ਹੈ, ਨਿਊਟਨ ਦੇ ਗਤੀ ਨਿਯਮ ਹੋ ਗਏ ਜਾਂ ਗੁਰਤਾਕਰਸ਼ਣ ਨਿਯਮ ਹੋ ਗਏ, ਉਹਨਾਂ ਦੀ ਵਰਤੋਂ ਕਰਨਾ ਤੇ ਨਿਯਮ ਨੂੰ ਸਥਾਪਿਤ ਕਰਨਾ। ਸਿੱਟੇ ਕੱਢਣਾ ਵੀ ਕੋਈ ਕੰਮ ਹੋਇਆ ਉਹਦੇ ਕੀ ਸਿੱਟੇ ਨਿਕਲਣਗੇ। ਜੇ ਕ੍ਰੋਮੋਸੋਮਸ ਜਿਹੜੇ ਵਿਰਾਸਤ 'ਚ ਮਿਲਦੇ ਆ, ਨਵੀਂ ਜਾਤੀ ਨੂੰ ਕਿਹਦਾ ਵਿਕਾਸ ਦਿੰਦੇ ਆ, ਜਿਵੇਂ ਪਾਣੀ ਹਾਈਡਰੋਜਨ ਤੇ ਆਕਸੀਜਨ ਤੋਂ ਬਣਦਾ ਹੈਗਾ। ਤੱਤਾਂ ਦੇ ਆਵਰਤੀ ਗੁਣ ਪੀਰੀਅਡ 'ਚ ਕਿਸ ਤਰ੍ਹਾਂ ਵੱਧਦੇ ਆ ਜਾਂ ਗਰੁੱਪ 'ਚ ਕਿਸ ਤਰ੍ਹਾਂ ਵੱਧਦੇ ਆ, ਉਹਨਾਂ ਬਾਰੇ ਸਿੱਟਾ ਕੱਢਣਾ ਵੀ ਉੱਪਰ ਤੋਂ ਥੱਲੇ ਕੀ ਸਾਈਜ਼ ਵੱਧਦਾ ਜਾਂ ਘਟਦਾ ਹੈਗਾ। ਵਿਗਿਆਨਕ ਖੋਜਾਂ ਬਾਰੇ ਜਾਣਨਾ, ਇਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਕੀ ਵਿਦਿਆਰਥੀ ਨੂੰ ਕੀ ਹੈ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਵੱਧ ਤੋਂ ਵੱਧ ਕੀ ਹੈ ਵਿਗਿਆਨਕ ਖੋਜਾਂ ਨਾਲ ਸੰਬੰਧਿਤ ਕਿਤਾਬਾਂ ਜਾਂ ਵਿਗਿਆਨਕ ਸੰਬੰਧਿਤ ਕੀ ਹੈ ਵੱਧ ਤੋਂ ਵੱਧ ਮਟੀਰੀਅਲ ਪੜ੍ਹੇ, ਤਾਂ ਕਿ ਉਹਦੇ ਵਿੱਚ ਦਿਮਾਗ ਵਿੱਚ ਇਹ ਖਿਆਲ ਉਤਪਲ ਹੋਣ ਵੀ ਇਸ ਤਰ੍ਹਾਂ ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਤੇ ਕੀ ਕੀਤਾ ਜਾ ਸਕਦਾ ਹੈਗਾ। ਔਸਟਨ ਨਿਯਮ ਦੀ ਖੋਜ ਕਿਵੇਂ ਹੋਈ, ਬਿਜਲੀ ਚੁੰਬਕ ਦੇ ਹੋਈ, ਓਮ ਦੇ ਵਿੱਚ ਕਰੰਟ ਲਾਉਣ, ਚਾਲਕ ਸਿਰਾਂ ਪੋਟੈਂਸ਼ੀਅਲਾਂ ਦੇ ਸਿੱਧਾ ਅਨੁਪਾਤੀ ਕਿਉਂ ਹੁੰਦਾ ਹੈ। ਯਾਨੀ ਜਿੰਨੀਆਂ ਖੋਜਾਂ ਹੋਈਆਂ, ਜਿੰਨੇ ਵੀ ਜਿਹੜੇ ਲਾਅ ਹੋਏ ਆ, ਨਿਯਮ ਬਣੇ, ਉਹਨਾਂ ਨੂੰ ਪੜ੍ਹਨਾ ਵੱਧ ਤੋਂ ਵੱਧ। 1016 ਵਾਤਾਵਰਨ ਅਨੁਕੂਲ ਸੰਸਥਾਨਾਂ ਦੀ ਵਰਤੋਂ ਕਰਕੇ, ਯਾਨੀ ਜਿਹੜੇ ਉਹਨੂੰ ਆਮ ਤੌਰ 'ਤੇ ਜਿਹੜੇ ਚੀਜ਼ ਕੋਈ ਮਿਲਦੀ ਆ, ਆਲੇ ਦੁਆਲੇ ਤੋਂ ਮਿਲਦੀ ਆ, ਉਹਨਾਂ ਦੀ ਵਰਤੋਂ ਕਰਕੇ ਮਾਡਲ ਤਿਆਰ ਕਰਨਾ। ਜਿਵੇਂ ਸਾਹ ਪ੍ਰਣਾਲੀ ਦਾ ਮਾਡਲ, ਪਾਚਨ ਪ੍ਰਣਾਲੀ ਦਾ ਮਾਡਲ, ਮਲ ਨਿਕਾਸ ਪ੍ਰਣਾਲੀ, ਸੋਡਾ ਤੇਜ਼ਾਬ ਅੱਗ ਬੁਝਾਊ ਯੰਤਰ, ਆਵਰਤੀ ਸਾਰਣੀ, ਮਿਸੈਲ ਦੀ ਰਚਨਾ, ਹੀਰਾ ਗੜੇਫਾਈਡ, ਬੈਕਮਿਸਟਰ ਦੀ ਰਚਨਾ, ਮਨੁੱਖੀ ਅੰਗ, ਮਤਲਬ ਕਿ ਜਿੰਨਾ ਨੂੰ ਢਿਲਾਲ ਦਾ ਮਿਲਦਾ ਉਹ ਤੋਂ ਕੀ ਆ ਕੋਈ ਨਾ ਕੋਈ ਮਾਡਲ ਉਹ ਬਣਾ ਸਕੇ। ਵਿਦਿਆਰਥੀ ਤਰਕਸ਼ੀਲ ਸੋਚ ਡਿਵੈਲਪ ਕਰਨਾ ਵੀ ਕਿਉਂ ਹੁੰਦਾ, ਇਹਦਾ ਕੀ ਕਾਰਨ ਹੈ, ਉਹ 'ਚ ਇਮਾਨਦਾਰੀ ਆ ਜੇ, ਵਹਿਮਾਂ ਭਰਮਾਂ ਤੋਂ ਮੁਕਤ ਹੋ ਜੇ, ਟੂਣੇ ਟੱਪਿਆਂ ਤੋਂ ਮੁਕਤ ਹੋ ਜੇ, ਜਾਣੀ ਕਿ ਕੀ ਉਹ ਕਿਸੇ ਬਿਮਾਰੀ ਦਾ ਇਲਾਜ ਕਰਨ ਲਈ ਟੂਣੇ ਟੱਪੇ ਸੱਤ ਨਾ ਲਵੇ, ਜਦ ਕਿ ਟੀਕਾਕਰਨ ਜਾਂ ਦਵਾਈ ਲਵੇ। ਸਹੀ ਰਿਕਾਰਡ ਮੇਨਟੇਨ ਕਰਨਾ, ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨਾ, ਸਰੀਰਕ ਤੇ ਮਾਨਸਿਕ ਮਾੜੇ ਪ੍ਰਭਾਵ ਜਾਣੂ ਹੋਣਾ। ਮਤਲਬ ਕਿ ਇਸ ਕੀ ਹੈ, ਵਿਦਿਆਰਥੀ ਨੂੰ ਆਪਾਂ ਚੰਗਾ ਨਾਗਰਿਕ ਬਣਾਉਣਾ ਤਾਂ ਕਿ ਸਮਾਜ ਨੂੰ ਕੀ ਚੰਗੀ ਸੇਧ ਦੇ ਸਕੇ। ਖੋਜਾਂ ਤੇ ਸਿੱਟਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰਿਤ ਕਰਦਾ, ਜਿਵੇਂ ਜਿਹੜੇ ਸਿੱਟੇ ਜਾਂ ਪ੍ਰਯੋਗ ਕਿਰਿਆਵਾਂ ਪ੍ਰੋਜੈਕਟ ਲਏ ਗਏ ਹਨ ਉਹਨੂੰ ਮੌਖਿਕ ਰੂਪ ਵਿੱਚ ਬੋਲ ਕੇ, ਲਿਖ ਕੇ ਅਤੇ ਗ੍ਰਾਫ ਰਾਹੀਂ ਕੀ ਆ ਉਹ ਡਾਟਾ ਦੱਸ ਕੇ ਸਮਝਾ ਸਕੇ, ਆਪਦੇ ਵਿਚਾਰ ਪ੍ਰਗਟ ਕਰ ਸਕੇ। ਤੇ ਲਾਸਟ ਤੇ ਵਾਤਾਵਰਨ ਲਈ ਕੀ ਆ ਉਹ ਵਧੀਆ ਸੁਰੱਖਿਅਤ ਵਾਤਾਵਰਨ ਲਈ ਕੀ ਆ ਬਣਾਉਣ ਵਿੱਚ ਹੈਲਪ ਕਰ ਸਕੇ। ਜੈਵ ਘਟਨਸ਼ੀਲ ਪਦਾਰਥ, ਵਕਨਸ਼ੀਲ ਪਦਾਰਥ ਪਤਾ ਹੋਵੇ, ਉਹਨੂੰ ਕਿਵੇਂ ਅਲੱਗ-ਅਲੱਗ ਕਰਨਾ, ਪਲਾਸਟਿਕ ਵਰਤੋਂ ਨੂੰ ਘਟਾਉਣਾ, ਵੱਧ ਤੋਂ ਦਰਖਤ ਲਗਾਉਣੇ, ਹਵਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣਾ, ਜਾਂ ਜਿਹੜੇ ਕੁਝ ਸਾਨੂੰ ਵਰਤੋਂ ਸੰਜਮ ਨਾਲ ਕਰੇ ਤਾਂ ਕਿ ਕੀ ਹੈ ਭਵਿੱਖ ਵਿੱਚ ਕੰਮ ਆ ਸਕਣ। ਧੰਨਵਾਦ।